ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਕੇ ਗੱਲਬਾਤ ਕਰਨ ਦਾ ਸੱਦਾ ਫਿਰ ਤੋਂ ਦੁਹਰਾਇਆ। ਉਧਰ ਕਿਸਾਨ ਲੀਡਰ ਵੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੇ ਹੋਏ ਨੇ। देश में कहीं भी किसानों के मन में असंतोष नहीं है। हजारों किसान यूनियन इन बिलों का स्वागत कर रही हैं। जो किसान संगठन इन बिल के विरोध में हैं, उनसे सरकार वार्ता करने के लिए पूरी तरह तैयार है और मैं आपके माध्यम से उन किसान संगठनों को अनुरोध करना चाहूँगा कि वो अपना आंदोलन स्थगित करें। आम नागरिकों को जो परेशानी हो रही है उस परेशानी को वो समझें और स्थगित करके वो जब भी आएंगे तो सरकार विचार करने को और समाधान करने को तैयार है। ਸਾਡੇ ਲਈ ਬੜੇ ਸਾਡੇ ਤੇ ਤੰਜ ਕਸੇ ਗਏ, ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਦਸਤੋਂ ਮਾਸੂਮ ਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ। ਹੁਣ ਗੱਲ ਕਰਾਂਗੇ ਲੱਖਾ ਸਿਧਾਣਾ ਦੀ। ਲੱਖਾ ਸਿਧਾਣਾ ਦਾ ਭਰਾ ਬਠਿੰਡਾ ਦੇ ਵਿੱਚ ਦਾਖਲ ਹੈ, ਸਿਵਲ ਹਸਪਤਾਲ ਦੇ ਵਿੱਚ ਗੁਰਦੀਪ ਸਿੰਘ ਦਾਖਲ ਹੈ ਔਰ ਦਿੱਲੀ ਪੁਲਿਸ ਤੇ ਗੁਰਦੀਪ ਦੀ ਕੁੱਟਮਾਰ ਕਰਨ ਗਏ ਨੇ। ਲੱਖਾ ਸਿਧਾਣਾ ਦੇ ਚਾਚੇ ਦਾ ਬੇਟਾ ਹੈ ਗੁਰਦੀਪ ਸਿੰਘ ਔਰ ਪਟਿਆਲਾ ਤੋਂ ਪੁਲਿਸ ਵੱਲੋਂ ਚੁੱਕੇ ਜਾਣ ਦਾ ਦਾਵਾ ਇਹ ਕੀਤਾ ਗਿਆ ਹੈ ਗੁਰਦੀਪ ਸਿੰਘ ਵੱਲੋਂ ਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਗੁਰਦੀਪ ਸਿੰਘ ਨੂੰ गिरफ्तार कर लिया, अपने नाल लेके गए थे और उस तो बाद उसकी जम के कुटमार की गई, जिस तो बाद लखा सिधाणा दा भरा हुण बठिंडा दे विच सिविल हस्पताल दे विच दाखिल है और उसका इलाज चल रहा है। दिल्ली पुलिस ते गुरदीप दी कुटमार करने दे इल्जाम लगे ने। दस्सिया जा रहा है कि इल्जाम लगाया जा रहा है कि दिल्ली पुलिस दे कुछ मुलाजम सिविल वर्दी दे विच आए सी और लखा सिधाणा दे चाचे दे बेटे नूं अपने नाल लेके चले गए और उस तो बाद उसकी जम के कुटमार की गई, जिस तो बाद फिलहाल लखा सिधाणा दा इह भरा जेरे इलाज है। हाँ भाई जी, अज दे जिहड़ा तुहाडे ब्रदर नाल प्रॉब्लम हुई है ਉਹਦੇ ਬਾਰੇ ਕੀ ਕਹਿਣਾ ਤੁਹਾਡਾ? मैं बई वीरे मैं ਤਾਂ ਦਰਅਸਲ ਕੱਲ ਦਾ ਦਿੱਲੀ ਗਿਆ ਵਾ ਸੀਗਾ ਨਾ। ਮੈਨੂੰ ਜਦੋਂ ਹੀ ਵੈਸੇ ਕੱਲ ਪਤਾ ਲੱਗ ਗਿਆ ਸੀਗਾ ਵੀ ਆਹ ਜਿਹੜੀ ਘਟਨਾ ਵਾਪਰ ਗਈ। ਸਾਡੇ ਕੋਲ ਸੀਸੀਟੀਵੀ ਫੁਟੇਜ ਆ ਗਈ ਸੀਗੀ ਜਦੋਂ ਉਹਨੂੰ ਚੱਕ ਕੇ ਲੈ ਗਏ। ਪੇਪਰ ਦੇਣ ਗਿਆ ਸੀ ਲਾਦਾ ਪਟਿਆਲੇ, ਉੱਥੇ ਉਹਨੂੰ ਚੱਕ ਕੇ ਲੈ ਗਏ ਤੇ ਇਹ ਸਾਡੇ ਕੋਲੇ ਬਾਈ ਅੱਜ ਹੱਥ ਨੇ ਪਹੁੰਚਿਆ। ਉਹ ਵੀ ਬੇਹੋਸ਼ੀ ਦੀ ਹਾਲਤ 'ਚ ਪਹੁੰਚਿਆ। ਉੱਥੇ ਜਾ ਕੇ ਅਸੀਂ ਪਟਿਆਲੋਂ ਬੰਦੇ ਲੈ ਕੇ ਆਏ। ਪਰ ਮੈਨੂੰ ਆ ਕੇ ਜਦੋਂ ਪੁੱਛਿਆ ਪਹਿਲਾਂ ਦੱਸ ਹੀ ਨਹੀਂ ਸੀ ਰਿਹਾ ਵੀ ਯਾਰ ਇੰਨਾ ਡਰਿਆ ਹੋਇਆ ਸੀ ਕਿਉਂਕਿ ਪਹਿਲਾਂ ਬਾਈ ਇਹ 2 ਮਹੀਨੇ ਹੋ ਗਏ ਲਗਾਤਾਰ ਬਿਮਾਰ ਰਿਹਾ, ਡੀਐਮਸੀ ਦਾਖਲ ਰਿਹਾ। ਕਿਸੇ ਸੰਘਰਸ਼ ਦੇ ਵਿੱਚ ਵੀ ਇੱਕ ਅੱਧਾ ਦਿਨ ਭਾਵੇਂ ਗਿਆ ਹੋਵੇ, ਕਦੇ ਗਿਆ ਹੀ ਨਹੀਂ। ਤੇ ਇਹੋ ਜਿਹਾ ਇਹਨਾਂ ਨੇ ਮਤਲਬ ਕਿਹੜਾ ਮੈਨੂੰ ਦੱਸਿਆ, ਕਹਿੰਦਾ ਮੈਨੂੰ ਇੱਥੋਂ ਲਿਜਾ ਕੇ ਤਾਂ ਉਹਨੇ ਗੱਡੀ 'ਚ ਸਿੱਟ ਕੇ ਮੇਰੇ ਮੂੰਹ 'ਚ ਬਾਈ ਕੱਪੜਾ ਦੇਤਾ, ਉੱਤੋਂ ਦੀ ਮੇਰੇ ਬੰਨ੍ਹ ਕੇ ਲੀੜਾ ਅੱਖਾਂ ਬੰਨ੍ਹ ਲਈਆਂ। ਗਾਹਾਂ ਜਾ ਕੇ ਮੈਨੂੰ ਕੁੱਟਣ ਲੱਗ ਕੇ ਦੱਸਿਆ, ਕਹਿੰਦੇ ਵੀ ਅਸੀਂ ਦਿੱਲੀ ਸਪੈਸ਼ਲ ਸੈੱਲ ਵਾਲੇ ਜਿਨ੍ਹਾਂ ਨੇ ਦੀਪ ਨੂੰ ਫੜਿਆ ਸੀ ਅਸੀਂ ਉਹ ਆ। ਤਾਂ ਇਹਨੂੰ ਬਾਈ ਲਿਜਾ ਕੇ ਤਲੀਆਂ ਤੁਲੀਆਂ ਵੀ ਕੁੱਟੀਆਂ। ਬਾਕੀ ਤੁਸੀਂ ਦੇਖ ਕੇ ਆਏ ਹੋ ਬਾਈ, ਸਾਰੇ ਆ ਲੀਲ ਪਾਏ ਪਏ ਆ ਮਗਰ ਹਨਾ ਕੁੱਟ ਇਹਦੇ। ਤਾਂ ਉਹਦੇ ਚ ਇਹਨਾਂ ਨੇ ਮਤਲਬ ਕਿ ਇਹਨੂੰ ਮੈਨੂੰ ਪੁੱਛਿਆ, ਮੈਂ ਕਿਹਾ ਵੀ ਵਜ੍ਹਾ ਕੀ ਸੀ? ਕਹਿੰਦੇ ਸਾਨੂੰ ਪੁੱਛਦੇ ਰਹੇ ਵੀ ਲੱਖਾ ਕਿੱਥੇ ਆ। ਤਾਂ ਕਹਿੰਦੇ ਵੀ ਅਸੀਂ ਵੀ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਹੈ ਵੀ ਇਹ ਕਹਿੰਦੇ ਤੂੰ ਲੱਖੇ ਦੀਆਂ ਰੇਲਿੰਗਾਂ ਦਾ ਪ੍ਰਬੰਧ ਕਰਦਾ, ਐ ਕਰਦਾ, ਉਹ ਕਰਦਾ ਹਨਾ। ਤੇ ਮਤਲਬ ਕਿ ਇਹਨੂੰ ਕਹਿੰਦੇ ਵੀ ਤੈਨੂੰ ਟ੍ਰੇਲਰ ਦਿਖਾਇਆ, ਦੱਸਦੀ ਲੱਖੇ ਨੇ ਤੂੰ ਕਈ ਗੁਣਾ ਭੈੜੀ ਕਰਨੀ ਆ, ਨਹੀਂ ਸੰਘਰਸ਼ ਦਾ ਛੱਡੇ ਖੜਾ ਤੇ ਪੇਸ਼ ਹੋ ਜੇ। ਨੇ ਬੋਲਣ ਨੇ ਦੱਸਿਆ, ਕਹਿੰਦੇ ਅਸੀਂ ਉਹ ਬੰਦੇ ਆ ਟਾਸਕ ਫੋਰਸ ਦੇ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਮਤਲਬ ਤੁਹਾਨੂੰ ਮੈਂ ਉਹ ਬੋਲੀ ਨਹੀਂ ਬੋਲ ਸਕਦਾ ਜਿਹੜੀ ਬੋਲੇ ਸੀ ਵੀ ਅਸੀਂ ਉਹ ਬੰਦੇ ਆ। ਜਾਂ ਤਾਂ ਲੱਖੇ ਸਿਧਾਣੇ ਨੂੰ ਕਹਦੇ ਚੁੱਪ ਕਰਕੇ ਘਰੇ ਬਈ ਜੁਨੀਅਰ ਨਾਲ ਜਿਹਨਾਂ ਨਾਲ ਕੁਛ ਨਹੀਂ ਹੁੰਦੀਆਂ, ਆਪਦੇ ਘਰੇ ਟਿਕ ਜਾ, ਤੂੰ ਬੋਲਣਾ ਨਹੀਂ। ਤੇ ਨਹੀਂ ਤੈਨੂੰ ਤਾਂ ਟੇਲਰ ਹੀ ਦਿਖਾਇਆ ਤੇ ਬਾਕੀ ਫਿਲਮ ਤਾਂ ਲੱਖੇ ਤੇ ਪਾਵਾਂਗੇ। ਨਹੀਂ ਜੀ, ਪੰਜਾਬ ਸਰਕਾਰ ਬਿਲਕੁਲ ਦੋਸ਼ੀ ਨਹੀਂ। ਦਿੱਲੀ ਪੁਲਿਸ ਨੇ ਪਟਿਆਲੇ ਆ ਕੇ ਚੱਕਿਆ। ਦਿੱਲੀ ਪੁਲਿਸ, ਦਿੱਲੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਸਰਕਾਰ। फिलहाल इस खबर से वधेरे जानकारी वास्ते मेरे सहयोगी बठिंडा तो सूरज पाल सरना जुड़ चुके ने। सूरज, सब तो पहला ते जो लखे सिधाणे दा भरा है उसकी की कुछ हालत है इस वेले जेरे इलाज दस्सिया जा रहा है। इस दे नाल ये भी समझना चाहांगे कि तुसी अणपछाते लोकां दा जिक्र कर रहे सी, हुण तक कुछ साफ हो पाया है कि अणपछाते कौन सी? देखो जी, जिस तरह की जानकारी है लखा सिधाणियां दे जरिए सानू मिली है, वही कह रहे हैं कि उन्होंने ब्रदर सी ਜਿਹੜੇ ਪਟਿਆਲਾ ਗਏ ਸੀ, ਉੱਥੇ ਪੇਪਰ ਦੇਣ ਗਏ ਸੀ ਤੇ ਉੱਥੇ ਆ ਕੇ ਜਿਹੜਾ ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਸਟਾਫ ਦੇ ਉਹਨਾਂ ਸਪੈਸ਼ਲ ਬ੍ਰਾਂਚ ਦੇ ਜਿਹੜੇ ਸਪੈਸ਼ਲ ਸੈੱਲ ਦੇ ਪੁਲਿਸ ਕਰਮਚਾਰੀ ਸੀ, ਉਹ ਸਾਦੇ ਵਰਦੀ ਦੇ ਵਿੱਚ ਸੀ ਕਿ ਉਹ ਇਹਨਾਂ ਨੂੰ ਚੱਕ ਕੇ ਲੈ ਗਏ। ਦਿੱਲੀ ਇਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਆਖਿਰਕਾਰ ਉਸ ਨੂੰ ਬਾਏ ਬੱਸ ਵਾਪਸ ਭੇਜ ਦਿੱਤਾ ਗਿਆ ਅੰਬਾਲਾ ਤੋਂ ਬਾਅਦ ਉਹ ਘਰੇ ਆਉਂਦਾ ਹੈ। ਹਾਲਾਂਕਿ ਦੇਰ ਰਾਤ ਇਸ ਨੂੰ ਹਸਪੀਟਲ ਵਿੱਚ ਭਰਤੀ ਕਰਾਇਆ। ਡਾਕਟਰਾਂ ਦੀ ਮੰਨੀਏ ਤਾਂ ਉਹ ਕਹਿ ਰਹੇ ਕਿ ਹਾਲਤ
ਠੀਕ ਹੈ ਸੱਟਾਂ ਦੇ ਨਿਸ਼ਾਨ ਜਾਂ ਇੰਜਰੀ ਦੇ ਨਿਸ਼ਾਨ ਹੋ ਸਕਦਾ ਉਹ ਡਿੱਗ ਕੇ ਹੋਏ ਹੋਣ, ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਕੁੱਟਮਾਰ ਕੀਤੀ ਹੋਵੇ। ਡਾਕਟਰਾਂ ਨੇ ਇਹ ਚੀਜ਼ ਕਲੀਅਰ ਨਹੀਂ ਕੀਤੀ ਹੈ, ਪਰ ਇਹ ਜ਼ਰੂਰ ਕੀਤੀ ਹੈ ਕਿ ਨਿਸ਼ਾਨ ਨੇ ਉਹਦੀ ਬਾਡੀ ਦੇ ਉੱਪਰ, ਪਰ ਸਿਹਤ ਹੈ ਉਹਨਾਂ ਦੀ ਪਹਿਲਾਂ ਦੇ ਮੁਕਾਬਲੇ ਬਿਲਕੁਲ ਠੀਕ ਹੈ। ਹਲਕਾ ਦਰਦ ਜ਼ਰੂਰ ਹੋ ਰਿਹਾ ਹੈਗਾ। ਔਰ ਦੂਸਰੇ ਪਾਸੇ ਲੱਖਾ ਸਦਾਣਾ ਇਹੀ ਕਹਿ ਰਿਹਾ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਇੰਟਰਫੇਅਰ ਕਰੇ, ਕਿਉਂਕਿ ਦਿੱਲੀ ਦੀ ਪੁਲਿਸ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਦੇ ਵਿੱਚੋਂ ਜ਼ਬਰਦਸਤੀ ਕਿਸੇ ਨੂੰ ਚੱਕ ਕੇ ਲੈ ਜਾਂਦੀ ਹੈ। ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ। ਦੂਸਰੇ ਪਾਸੇ ਸੰਯੁਕਤ ਮੋਰਚਾ ਤੋਂ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਸਿਰਫ ਇਹ ਲੱਖੇ ਦੇ ਪਰਿਵਾਰ ਤੇ ਹਮਲਾ ਨਹੀਂ ਹੈ, ਲੱਖੇ ਦਾ ਭਰਾ ਨਹੀਂ ਚੱਕਿਆ, ਕੱਲ ਨੂੰ ਤੁਹਾਡੇ ਵੀ ਭਰਾ ਜਾਂ ਭਤੀਜੇ ਚੱਕੇ ਜਾ ਸਕਦੇ ਨੇ। ਤਾਂ ਕਰਕੇ ਫਿਲਹਾਲ ਦਿੱਲੀ ਪੁਲਿਸ ਦੇ ਖਿਲਾਫ ਉਹ ਕਹਿ ਰਹੇ ਨੇ ਕਿ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ। ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਤੇ ਪੁਲਿਸ ਗ੍ਰਿਫਤਾਰੀਆਂ ਕਰੂਗੀ ਤੇ ਇਸੇ ਤਰ੍ਹਾਂ ਨੌਜਵਾਨਾਂ ਨੂੰ ਟੌਰਚਰ ਵੀ ਕਰੂਗੀ। ਜੀ ਸੂਰਜ, ਇਸ ਸ਼ਖਸ ਦੀ ਜੋ ਨੌਜਵਾਨ ਦੀ ਅਸੀਂ ਗੱਲ ਕਰ ਰਹੇ ਲੱਖਾ ਸਦਾਣਾ ਦਾ ਭਰਾ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਪਰਿਵਾਰ ਵੱਲੋਂ ਅਪਰੋਚ ਕੀਤਾ ਗਿਆ ਹੈ, ਕੋਈ ਕੰਪਲੇਂਟ ਦਾਇਰ ਕੀਤੀ ਗਈ ਹੈ? ਦੇਖੋ, ਜੇ ਰਾਤ ਤੱਕ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੱਕ ਕੋਈ ਵੀ ਫਿਲਹਾਲ ਸ਼ਿਕਾਇਤ ਨਹੀਂ ਕੀਤੀ ਗਈ ਸੀ, ਪਰ ਹੁਣ ਜਦੋਂ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਤਾਂ ਜ਼ਾਹਿਰ ਤੌਰ ਤੇ ਪੁਲਿਸ ਆਏਗੀ, ਪੁਲਿਸ ਨੂੰ ਬਿਆਨ ਵੀ ਲਿਖਾਏ ਜਾਣਗੇ ਤੇ ਉਸ ਤੋਂ ਬਾਅਦ ਆਖਿਰਕਾਰ ਬਠਿੰਡਾ ਦੀ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ। ਕਿਉਂਕਿ ਅਗਰ ਬਖੂਏ ਦੀ ਗੱਲ ਕੀਤੀ ਜਾਵੇ, ਬਖੂਆ ਤਾਂ ਪਟਿਆਲਾ ਦਾ ਬੰਦਾ ਹੈ, ਪਟਿਆਲਾ ਪੁਲਿਸ ਦੀ ਇਹਨੂੰ ਇਨਫੋਰਮੇਸ਼ਨ ਦੇਣੀ ਬਣਦੀ ਹੈ, ਪਰ ਬਠਿੰਡਾ ਪੁਲਿਸ ਪਟਿਆਲਾ ਪੁਲਿਸ ਨੂੰ ਅੱਗੇ ਇਨਫੋਰਮੇਸ਼ਨ ਪਾਸ ਕਰਦੀ ਹੈ। ਫਿਲਹਾਲ ਇਹ ਅੱਜ ਬਿਆਨ ਲਿਖਣ ਤੋਂ ਬਾਅਦ ਸਾਫ਼ ਹੋ ਜਾਣਾ ਹੈ। ਜੀ ਠੀਕ ਹੈ सूरज, फिलहाल शुक्रिया तमाम जानकारी वास्ते। ਤਾਂ ਵੱਡੀ ਖਬਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਪਹਿਲਾਂ ਲੱਖਾ ਸਦਾਣਾ ਚਰਚਾਵਾਂ ਦੇ ਵਿੱਚ ਸੀ ਔਰ ਹੁਣ ਉਸ ਦਾ ਚਾਚੇ ਦਾ ਮੁੰਡਾ ਵੀ ਚਰਚਾਵਾਂ ਦੇ ਵਿੱਚ ਹੋ ਗਿਆ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਨੂੰ ਚੁੱਕਿਆ ਗਿਆ ਸੀ ਔਰ ਸਿਵਲ ਵਰਦੀ ਦੇ ਵਿੱਚ ਕੁਝ ਲੋਕ ਆਏ ਸੀ ਜਿਨ੍ਹਾਂ ਨੇ ਇਸ ਨੂੰ ਜ਼ਬਰਨ ਚੁੱਕ ਲਿਆ ਜਿਸ ਵੇਲੇ ਇਹ ਲਾਅ ਦਾ ਪੇਪਰ ਦੇਣ ਆਇਆ ਹੋਇਆ ਸੀ ਔਰ ਉਸ ਤੋਂ ਬਾਅਦ ਇਸ ਦੀ ਜੰਮ ਕੇ ਕੁੱਟਮਾਰ ਵੀ ਕੀਤੀ ਗਈ ਹੈ। ਹੁਣ ਗੱਲ ਕਰਾਂਗੇ ਫਸਲ ਖਰੀਦ ਦੀ। ਸੂਬੇ ਦੇ ਵਿੱਚ ਕਣਕ ਦੀ ਖਰੀਦ ਦਾ ਅੱਜ ਦੂਜਾ ਦਿਨ ਹੈ ਔਰ ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਬਾਅਦ ਦੁਪਹਿਰ ਤੋਂ ਸ਼ੁਰੂ ਹੋਈ ਸੀ ਖਰੀਦ ਔਰ ਆੜਤੀਆਂ ਦੀ ਹੜਤਾਲ ਕਰਕੇ ਖਰੀਦ ਦੇ ਵਿੱਚ ਦਿੱਕਤ ਵੀ ਆਈ ਸੀ। ਸੀਐਮ ਦੇ ਨਾਲ ਮੀਟਿੰਗ ਤੋਂ ਬਾਅਦ ਆੜਤੀਆਂ ਨੇ ਹੜਤਾਲ ਛੱਡ ਦਿੱਤੀ ਸੀ ਔਰ ਪਹਿਲੇ ਦਿਨ 2642 ਮੈਟ੍ਰਿਕ ਟਨ ਦੀ ਖਰੀਦ ਵੀ ਹੋਈ ਹੈ। ਇਸ ਦੇ ਨਾਲ 130 ਲੱਖ ਮੈਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਇਸ ਵਾਰ ਰੱਖਿਆ ਗਿਆ ਹੈ। ਤਾਂ ਪਹਿਲਾਂ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ डायरेक्ट पेमेंट यानी कि सीधी अदायगी ਨੂੰ ਲੈ ਕੇ ਰੇੜਕਾ ਵਿਚਕਾਰ ਅੜਿਆ ਹੋਇਆ ਸੀ, ਜਿਸ ਨੂੰ ਲੈ ਕੇ ਕਿਸਾਨ ਬੇहद ਪਰੇਸ਼ਾਨ ਸੀ, ਕਿਉਂਕਿ ਆੜਤੀਆਂ ਵੱਲੋਂ ਔਰ ਮਜ਼ਦੂਰਾਂ ਵੱਲੋਂ ਦੋਹਾਂ ਹੀ ਵਰਗਾਂ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਜਾ ਰਹੀ ਸੀ। ਪਰ ਉਸ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੁੰਦੀ ਹੈ ਔਰ ਇਸ ਮੀਟਿੰਗ ਦੇ ਵਿੱਚ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਿਲ ਹੁੰਦੇ ਨੇ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦੇ ਵਿੱਚ ਅਗਵਾਈ ਕਰਕੇ ਗੱਲਬਾਤ ਕਰਦੇ ਆੜਤੀਆਂ ਦੇ ਨਾਲ ਔਰ ਉਸ ਤੋਂ ਬਾਅਦ ਆੜਤੀਆਂ ਨੂੰ ਮਨਾ ਲਿਆ ਜਾਂਦਾ ਔਰ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਸਿਸਟਮ ਤੋਂ ਵੱਖ ਨਹੀਂ ਕੀਤਾ ਜਾਵੇਗਾ। ਇਹ ਭਰੋਸਾ ਮਿਲਣ ਤੋਂ ਬਾਅਦ ਆੜਤੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਔਰ ਫਿਰ ਉਸ ਤੋਂ ਬਾਅਦ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁਰੂ ਕੀਤੀ ਗਈ। ਤਾਂ ਸੂਬੇ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਵੀ ਕੁਝ ਤਸਵੀਰਾਂ ਅਸੀਂ ਵੱਖ-ਵੱਖ ਮੰਡੀਆਂ ਦੀ ਤੁਹਾਡੇ ਤੱਕ ਪਹੁੰਚਾਈਆਂ ਸੀ, ਜਿੱਥੇ ਕਿ ਖਰੀਦ ਵਾਸਤੇ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸੀ। ਹਾਲਾਂਕਿ ਕੱਲ ਕਿਸਾਨ ਬੇहद ਖੱਜਲ ਖੁਆਰ ਵੀ ਹੋ ਰਹੇ ਸੀ ਔਰ ਕੁਝ ਸਾਰ ਨਹੀਂ ਲਈ ਜਾ ਰਹੀ ਸੀ ਕਿਸਾਨਾਂ ਦੀ ਵੀ ਔਰ ਫਸਲ ਦੀ ਵੀ, ਤੇ ਇਸ ਲਈ ਢੇਰ ਲੱਗਣੇ ਸ਼ੁਰੂ ਹੋ ਗਏ ਸੀ। ਪਰ ਉਸ ਤੋਂ ਬਾਅਦ ਜਦੋਂ ਆੜਤੀਆਂ ਦੇ ਨਾਲ ਪੂਰੀ ਗੱਲਬਾਤ ਕੀਤੀ ਗਈ ਔਰ ਸਰਕਾਰ ਨੇ ਖੁਦ ਵਿੱਚ ਦਖਲ ਦਿੱਤਾ ਔਰ ਆੜਤੀਆਂ ਨੂੰ ਭਰੋਸਾ ਦਿਵਾਇਆ ਤਾਂ ਉਸ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦਾ ਜੋ ਟੀਚਾ ਰੱਖਿਆ ਗਿਆ ਹੈ 130 ਲੱਖ ਮੈਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਇਸ ਵਾਰ ਦਾ ਰੱਖਿਆ ਗਿਆ ਹੈ ਔਰ ਅਗਰ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਦਿਨ 2642 ਮੈਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ।